ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਆਪਾਂ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਨੂੰ ਅੱਗੇ ਤੋਰੀਏ ਜੀ। ਅੱਜ ਆਪਾਂ ਵਿਚਾਰ ਕਰਾਂਗੇ 26ਵੀਂ ਪੌੜੀ ਤੋਂ ਲੈ ਕੇ 31ਵੀਂ ਪੌੜੀ ਤੱਕ ਜਪਜੀ ਸਾਹਿਬ ਦੀ। ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 5 ਤੋਂ ਸ਼ੁਰੂ ਹੁੰਦੀ ਹੈ। ਇਹ ਵਿਚਾਰ ਤੇ 7 ਅੰਗ ਤੱਕ ਚਲੀ ਜਾਂਦੀ ਹੈ ਜੀ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਐ ਅਮੁੱਲ ਭੰਡਾਰ। ਅਮੁੱਲ ਆਵੈ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ। ਹਾਂਜੀ, ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਅਮੁੱਲ ਗੁਣ ਅਮੁੱਲ ਵਾਪਾਰ। ਕਹਿੰਦੇ ਕਿ ਅਕਾਲ ਪੁਰਖ ਦੇ ਜਿਹੜੇ ਗੁਣ ਨੇ ਅਮੁੱਲ ਨੇ, ਉਹਨਾਂ ਦਾ ਮੁੱਲ ਨਹੀਂ ਪੈ ਸਕਦਾ। ਅਤੇ ਉਹਦਾ ਜਿਹੜਾ ਵਪਾਰ ਕਰਨ ਵਾਲੇ ਵਪਾਰੀ ਨੇ ਉਹ ਵੀ ਅਮੋਲਕ ਨੇ। ਅਤੇ ਜਿਹੜੇ ਪਾਤਸ਼ਾਹ ਦੇ ਗੁਣਾਂ ਦੇ ਭੰਡਾਰੇ ਨੇ ਉਹ ਵੀ ਅਮੋਲਕ ਨੇ, ਉਹਨਾਂ ਦਾ ਵੀ ਕੋਈ ਮੁੱਲ ਨਹੀਂ ਪੈ ਸਕਦਾ। ਅਮੁੱਲ ਆਵੈ ਅਮੁੱਲ ਲੈ ਜਾਹੇ। ਕਹਿੰਦੇ ਅਮੋਲਕ ਹੀ ਲੋਕੀ ਆਉਂਦੇ ਨੇ ਅਕਾਲ ਪੁਰਖ ਦੇ ਗੁਣਾਂ ਦਾ ਵਪਾਰ ਕਰਨ ਦੇ ਲਈ, ਅਤੇ ਫਿਰ ਵਪਾਰ ਕਰਕੇ ਚਲੇ ਜਾਂਦੇ ਨੇ। ਅਮੁੱਲ ਭਾਏ ਅਮੁੱਲਾ ਸਮਾਹੇ। ਕਹਿੰਦੇ ਅਕਾਲ ਪੁਰਖ ਨੂੰ ਪਿਆਰ ਕਰਨ ਵਾਲੇ ਵੀ ਅਮੁੱਲ ਨੇ, ਅਤੇ ਉਹ ਵੀ ਅਮੋਲਕ ਨੇ ਜਿਹੜੇ ਅਕਾਲ ਪੁਰਖ ਦੇ ਵਿੱਚ ਸਮਾ ਜਾਂਦੇ ਨੇ ਗੁਣਾਂ ਦਾ ਵਪਾਰ ਕਰਕੇ। ਅਮੁੱਲ ਧਰਮ ਅਮੁੱਲ ਦੀਵਾਨ। ਕਹਿੰਦੇ ਅਕਾਲ ਪੁਰਖ ਦਾ ਜਿਹੜਾ ਹੁਕਮ ਆ ਅਤੇ ਨਿਯਮ ਆ ਉਹ ਵੀ ਅਮੁੱਲ ਆ, ਸਾਨੂੰ ਉਹਦੀ ਕੋਈ ਸਮਝ ਨਹੀਂ ਹੈਗੀ। ਅਮੁੱਲ ਤੁੱਲ ਅਮੁੱਲ ਪ੍ਰਵਾਨ। ਕਹਿੰਦੇ ਜਿਹੜੇ ਅਕਾਲ ਪੁਰਖ ਦੇ ਗੁਣਾਂ ਦਾ ਵਪਾਰ ਕਰਦੇ ਨੇ, ਵਪਾਰੀ ਨੇ, ਉਹਨਾਂ ਦੀ ਜਿਹੜੀ ਪਰਖ ਕਰਦਾ ਅਕਾਲ ਪੁਰਖ, ਜਿਹੜੇ ਤੋਲ ਨਾਲ ਅਤੇ ਜਿਹੜੇ ਵੱਟਿਆਂ ਦੇ ਨਾਲ ਕਰਦਾ, ਉਹਨਾਂ ਦਾ ਵੀ ਕੋਈ ਮੁੱਲ ਨਹੀਂ ਹੈਗਾ। ਵੀ ਅਕਾਲ ਪੁਰਖ ਜਿੱਦਾਂ ਆਪਣੀ ਭਗਤੀ ਕਰਨ ਵਾਲਿਆਂ ਦੀ ਜੋ ਪਰਖ ਕਰਦਾ ਨਾ, ਉਹ ਵੀ ਅਮੋਲਕ ਤਰੀਕੇ ਨਾਲ ਕਰਦਾ। ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ। ਕਹਿੰਦੇ ਵੀ ਜਿਹੜੇ ਪਰਮਾਤਮਾ ਦੀ ਭਗਤੀ ਕਰਦੇ ਨੇ ਉਹਨਾਂ ਦੀਆਂ ਨਿਸ਼ਾਨੀਆਂ ਵੀ ਅਮੁੱਲ ਨੇ, ਅਤੇ ਪਰਮਾਤਮਾ ਦੀ ਜਿਹੜੀ ਹੈਗੀ ਆ ਬਖਸ਼ੀਸ਼ ਆ, ਉਹਨਾਂ 'ਤੇ ਮਿਹਰ ਆ, ਉਹ ਵੀ ਅਮੁੱਲ ਆ। ਅਮੁੱਲ ਕਰਮ ਅਮੁੱਲ ਫੁਰਮਾਨ। ਅਕਾਲ ਪੁਰਖ ਦਾ ਜਿਹੜੀ ਕਿਰਪਾ ਹੈਗੀ ਆ ਅਤੇ ਅਕਾਲ ਪੁਰਖ ਦਾ ਜਿਹੜਾ ਹੁਕਮ ਹੈਗਾ, ਦੋਨੋਂ ਹੀ ਅਮੁੱਲ ਨੇ, ਦੀ ਕੀਮਤ ਨਹੀਂ ਪਾਈ ਜਾ ਸਕਦੀ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ। ਕਹਿੰਦੇ ਵੀ ਅਕਾਲ ਪੁਰਖ ਅਮੁੱਲ ਆ, ਅਮੋਲਕ ਆ, ਉਹਦਾ ਮੁੱਲ ਨਹੀਂ ਪਾਇਆ ਜਾ ਸਕਦਾ। ਅਤੇ ਜਿਹੜੇ ਉਹਦਾ ਨਾਮ ਜਪਦੇ ਨੇ ਉਹ ਇਸ ਕਰਕੇ ਨਹੀਂ ਜਪਦੇ, ਉਹਦੀ ਭਗਤੀ ਕਰਦੇ ਕਿ ਵੀ ਅਸੀਂ ਉਹਦਾ ਅੰਤ ਪਾ ਲੈਣਾ। ਕਹਿੰਦੇ ਉਹਦੀ ਭਗਤੀ ਕਰਦੇ ਕਰਦੇ ਉਹਦੇ ਵਿੱਚ ਸਮਾ ਜਾਂਦੇ ਨੇ, ਉਹਨਾਂ ਦੀ ਲਿਵ ਅਕਾਲ ਪੁਰਖ ਵਿੱਚ ਲੱਗ ਜਾਂਦੀ ਆ। ਆਖੈ ਵੇਦ ਪਾਠ ਪੁਰਾਣ, ਆਖੈ ਪੜ੍ਹੇ ਕਰੇ ਵਖਿਆਣ। ਕਹਿੰਦੇ ਵੇਦਾਂ ਪੁਰਾਣਾਂ ਦੇ ਵਿੱਚ ਵੀ ਅਕਾਲ ਪੁਰਖ ਦੀ ਵਡਿਆਈ ਆ, ਆਖੇ ਵੀ ਵਡਿਆਈ ਹੋ ਰਹੀ ਆ, ਅਤੇ ਸਾਰੇ ਵੇਦ ਪਾਠ ਕਰਨ ਵਾਲੇ, ਪੁਰਾਣ ਪੜ੍ਹਨ ਵਾਲੇ ਸਾਰੇ ਅਕਾਲ ਪੁਰਖ ਦੀ ਵਡਿਆਈ ਕਰ ਰਹੇ ਨੇ। ਆਖੇ ਬਰਮੇ ਆਖੇ ਇੰਦ, ਆਖੈ ਗੋਪੀ ਤੈ ਗੋਬਿੰਦ। ਕਹਿੰਦੇ ਬਰਮਾ ਇੰਦਰ ਗੋਪੀ ਗੋਬਿੰਦ ਸਾਰੇ ਕਹਿੰਦੇ ਅਕਾਲ ਪੁਰਖ ਦੀ ਵਡਿਆਈ ਕਰ ਰਹੇ ਨੇ। ਆਖੈ ਈਸਰ ਆਖੈ ਸਿੱਧ, ਆਖੈ ਕੇਤੇ ਕੀਤੇ ਬੁੱਧ। ਕਹਿੰਦੇ ਈਸਰ ਹੋਰ ਸਿੱਧ ਹੋਰ ਕਿੰਨੇ ਹੀ ਜਿਹੜੇ ਮਹਾਤਮਾ ਬੁੱਧ ਬਣੇ ਨੇ, ਸਾਰੇ ਅਕਾਲ ਪੁਰਖ ਦੀ ਵਡਿਆਈ ਕਰ ਰਹੇ ਨੇ। ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ। ਕਹਿੰਦੇ ਦੇਵਤੇ ਰਾਖਸ਼ਸ ਅਤੇ ਸਾਰੇ ਵੱਡੇ ਦੇਵਤੇ ਹੋਰ ਮੁਨੀ ਜਨ ਸਾਰੇ ਪਰਮਾਤਮਾ ਦੀ ਵਡਿਆਈ ਕਰ ਰਹੇ ਨੇ।
केते आखे आखण पाहे, केते कह उठ उठ जाहे। ਕਹਿੰਦੇ ਕਿੰਨੇ ਹੀ ਨੇ, ਕਹਿੰਦੇ ਸਾਡੀ ਗਿਣਤੀ ਵਿੱਚ ਨਹੀਂ ਆਉਂਦੇ ਜੋ ਅਕਾਲ ਪੁਰਖ ਦੀਆਂ ਵਡਿਆਈਆਂ ਕਰ ਰਹੇ ਨੇ, ਤੇ ਕਿੰਨੇ ਹੀ ਵਡਿਆਈਆਂ ਕਰ ਕਰਕੇ ਇੱਥੋਂ ਚਲੇ ਗਏ ਨੇ। ਏਤੇ ਕੀਤੇ ਹੋਰ ਕਰੇ, ਤਾਂ ਆਖ ਨਾ ਸਕੈ ਕੇਈ ਕੇ। ਕਹਿੰਦੇ ਵੀ ਜਿੰਨੇ ਜੀ ਜੰਤ ਹੁਣ ਤੱਕ ਪਰਮਾਤਮਾ ਨੇ ਬਣਾਏ ਨੇ, ਵੀ ਜੇ ਇੰਨੇ ਹੀ ਹੋਰ ਵੀ ਬਣਾ ਦੇਵੇ, ਤੇ ਇਹ ਵੀ ਮਤਲਬ ਵਡਿਆਈ ਕਰ ਕਰਕੇ ਪਰਮਾਤਮਾ ਦੀ ਥੱਕ ਗਏ ਵੀ ਅਸੀਂ ਇਹਦੇ ਬਾਰੇ ਗਿਣਤੀ ਨਹੀਂ ਕਰ ਸਕਦੇ, ਤੇ ਨਾ ਹੀ ਪਰਮਾਤਮਾ ਦੀ ਪੂਰੀ ਵਡਿਆਈ ਹੋ ਸਕਦੀ ਆ, ਉਹਦਾ ਅੰਤ ਹੀ ਨਹੀਂ ਹੈਗਾ। ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ। ਕਹਿੰਦੇ ਪਰਮਾਤਮਾ ਜਿੰਨਾ ਵੱਡਾ ਵੀ ਆਪਣੇ ਆਪ ਨੂੰ ਕਰਨਾ ਚਾਹੇ ਹੋ ਸਕਦਾ, ਉਹ ਉਹੀ ਹੈਗਾ ਜੋ ਆਪਣੇ ਆਪ ਨੂੰ ਜਾਣਦਾ, ਉਹੀ ਸੱਚਾ ਆਪਣੇ ਆਪ ਨੂੰ ਜਾਣਦਾ। ਉਹ ਜਿੰਨਾ ਵੱਡਾ ਆਪਣੇ ਆਪ ਨੂੰ ਕਰਨਾ ਚਾਹੇ ਉਹ ਕਰ ਸਕਦਾ, ਪਰ ਫਿਰ ਅਸੀਂ ਹੁਣ ਵੀ ਨਹੀਂ ਅੰਤ ਲੈ ਸਕਦੇ, ਫਿਰ ਵੀ ਨਹੀਂ ਲੈ ਸਕਾਂਗੇ। ਉਹੀ ਜਾਣਦਾ ਆਪਣੇ ਆਪ ਨੂੰ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾ ਗਾਵਾਰ। ਕਹਿੰਦੇ ਜੇ ਕੋਈ ਕਹੇ ਕਿ ਵੀ ਮੈਂ ਇਹ ਕਰ ਸਕਦਾ, ਵੀ ਪਰਮਾਤਮਾ ਬਾਰੇ ਉਹਦੀ ਵਡਿਆਈ ਵੀ ਇੰਨੀ ਆ ਦੱਸ ਸਕਦਾ, ਕਹਿੰਦੇ ਉਹ ਮਤਲਬ ਮੂਰਖਾਂ ਦਾ ਵੀ ਮੂਰਖ ਆ। ਫਿਰ ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਵ ਸਮਾਲੇ। ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਵਣ ਹਾਰੇ। ਫਿਰ ਕਹਿੰਦੇ ਵੀ ਉਹ ਪਾਤਸ਼ਾਹ ਦਾ, ਅਕਾਲ ਪੁਰਖ ਦਾ ਘਰ ਕਿਹੋ ਜਿਹਾ, ਦਰ ਕਿਹੋ ਜਿਹਾ, ਜਿੱਥੇ ਬੈਠ ਕੇ ਉਹ ਆਪਣੀ ਸਾਰੀ ਸ੍ਰਿਸ਼ਟੀ ਨੂੰ ਸੰਭਾਲ ਰਿਹਾ, ਜਿਹੜੀ ਦੀ ਰਚਨਾ ਉਹਨੇ ਕੀਤੀ ਆ ਆਪ ਹੀ। ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਵਣ ਹਾਰੇ। ਕਹਿੰਦੇ ਉਸ ਦਰ ਦੇ ਉੱਤੇ ਕਿੰਨੇ ਹੀ ਤਰ੍ਹਾਂ ਦੇ ਨਾਦ ਵੱਜਦੇ ਨੇ, ਤੇ ਕਿੰਨੇ ਹੀ ਉਹਨਾਂ ਨੂੰ ਅਣਗਿਣਤੀ ਵਜਾਉਣ ਵਾਲੇ ਨੇ, ਵੀ ਮਤਲਬ ਇੱਦਾਂ ਦਾ ਉੱਥੇ ਦਾ ਮਾਹੌਲ ਆ। ਕੇਤੇ ਰਾਗ ਪਰੀ ਸਿਉ ਕਹੀਅਨ, ਕੇਤੇ ਗਾਵਣ ਹਾਰੇ। ਕਹਿੰਦੇ ਕਿੰਨੇ ਹੀ ਮਤਲਬ ਰਾਗ ਚੱਲ ਰਹੇ ਨੇ ਉੱਥੇ, ਤੇ ਕਿੰਨੇ ਹੀ ਉਹਨੂੰ ਰਾਗਾਂ ਨੂੰ ਗਾਉਣ ਵਾਲੇ ਨੇ। ਤੇ ਕਹਿੰਦੇ ਵੀ ਮਤਲਬ ਉੱਥੇ ਇੱਦਾਂ ਦਾ ਆਨੰਦਦਾਇਕ ਮਾਹੌਲ ਆ ਉਸ ਦਰ ਘਰ ਦਾ, ਜਿੱਥੇ ਬੈਠ ਕੇ ਅਕਾਲ ਪੁਰਖ ਆਪਣੀ ਸ੍ਰਿਸ਼ਟੀ ਦੀ ਰਚਨਾ ਕਰਦਾ ਤੇ ਉਹਨੂੰ ਸੰਭਾਲਦਾ। ਗਾਵੇ ਤੁਹਨੋਂ ਪੌਣ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ। ਕਹਿੰਦੇ ਵੀ ਪਰਮਾਤਮਾ ਦੇ ਜਿਹੜੀਆਂ ਵਡਿਆਈਆਂ ਨੇ, ਉਹਨੂੰ ਪੌਣ ਹਵਾ, ਪਾਣੀ, ਬੈਸੰਤਰ ਅਗਨੀ, ਤੇ ਜਿਹੜਾ ਧਰਮ ਰਾਜ ਆ ਉਹ ਵੀ ਪਰਮਾਤਮਾ ਦੇ ਦੁਆਰ ਤੇ। ਸਾਰੇ ਹੀ ਪਰਮਾਤਮਾ ਦੀਆਂ ਵਡਿਆਈਆਂ ਗਾ ਰਹੇ ਨੇ, ਪਰਮਾਤਮਾ ਦੇ ਗੀਤ ਗਾ ਰਹੇ ਨੇ। ਗਾਵੈ ਚਿੱਤ ਗੁਫਤ ਲਿਖ ਜਾਣੈ, ਲਿਖ ਲਿਖ ਧਰਮ ਵਿਚਾਰੇ। ਕਹਿੰਦੇ ਚਿੱਤਰ ਗੁਪਤ ਜਿਹੜੇ ਜੀਵਾਂ ਦੇ ਚੰਗੇ ਤੇ ਮੰਦੇ ਕਰਮਾਂ ਦਾ ਹਿਸਾਬ ਰੱਖਦੇ ਨੇ, ਤੇ ਉਹ ਜਿਹੜਾ ਰੱਖਿਆ ਹੋਇਆ ਹਿਸਾਬ ਆ ਉਹਨੂੰ ਫਿਰ ਬਾਅਦ ਦੇ ਵਿੱਚ ਜਿਵੇਂ ਧਰਮ ਰਾਜ ਸਹੀ ਕਰਦਾ, ਵੀ ਦੇਖਦਾ ਕਿਵੇਂ ਕੀਤਾ। ਉਹ ਸਾਰੇ ਹੀ ਚਿੱਤਰ ਗੁਪਤ ਵੀ, ਧਰਮ ਰਾਜ, ਸਾਰੇ ਹੀ ਕਹਿੰਦੇ ਵੀ ਪਰਮਾਤਮਾ ਦੀਆਂ ਵਡਿਆਈਆਂ ਗਾ ਰਹੇ ਨੇ। ਗਾਵੈ ਈਸਰ ਬਰਮਾ ਦੇਵੀ, ਸੋਹਿਨ ਸਦਾ ਸਵਾਰੇ। ਕਹਿੰਦੇ ਈਸਰ ਬਰਮਾ ਹੋਰ ਦੇਵੀਆਂ ਜਿਨ੍ਹਾਂ ਨੂੰ ਪਰਮਾਤਮਾ ਨੇ ਬਣਾਇਆ ਸੰਵਾਰਿਆ, ਉਹ ਵੀ ਪਰਮਾਤਮਾ ਦੀ ਸਿਫਤ ਸਲਾਹ ਗਾ ਰਹੇ ਨੇ। ਗਾਵੈ ਇੰਦਰਾਸਣ ਬੈਠੇ, ਦੇਵਤਿਆਂ ਦਰ ਨਾਲੇ। ਕਹਿੰਦੇ ਇੰਦਰ ਦੇਵਤਾ ਵੀ ਆਪਣੇ ਹੋਰ ਦੇਵਤਿਆਂ ਦੇ ਨਾਲ ਰਲ ਕੇ ਪਰਮਾਤਮਾ ਦੀਆਂ ਵਡਿਆਈਆਂ ਗਾ ਰਿਹਾ। ਗਾਵੈ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਕਹਿੰਦੇ ਜਿਹੜੇ ਸਿੱਧ ਨੇ, ਸਮਾਧੀਆਂ ਲਾ ਕੇ ਬੈਠੇ ਨੇ, ਉਹ ਵੀ ਪਰਮਾਤਮਾ ਦੀ ਕੀਰਤੀ ਗਾ ਰਹੇ ਨੇ, ਤੇ ਸਾਧ ਵੀ ਪਰਮਾਤਮਾ ਦੀ ਕੀਰਤੀ ਦੀ ਵਿਚਾਰ ਕਰ ਰਹੇ ਨੇ, ਗਾ ਰਹੇ ਨੇ। ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ। ਕਹਿੰਦੇ ਜਿਹੜੇ ਜਤੀ ਸਤੀ ਸੰਤੋਖੀ ਨੇ, ਤੇ ਜਿਹੜੇ ਯੋਧੇ ਵੀਰ ਨੇ, ਉਹ ਸਾਰੇ ਹੀ ਪਰਮਾਤਮਾ ਦੀਆਂ ਵਡਿਆਈਆਂ ਗਾ ਰਹੇ ਨੇ। ਗਾਵਨ ਪੰਡਤ ਪੜਨ ਰਖੀਸਰ, ਜੁਗ ਜੁਗ ਵੇਦਾਂ ਨਾਲੇ। ਕਹਿੰਦੇ ਹੋਰ ਜਿਹੜੇ ਪੰਡਿਤ ਨੇ, ਰਿਸ਼ੀ ਨੇ, ਨਾਲੇ ਵੇਦ ਪੜ੍ਹਦੇ ਨੇ, ਨਾਲੇ ਮਤਲਬ ਵਾਹਿਗੁਰੂ ਦੀ, ਅਕਾਲ ਪੁਰਖ ਦੀ ਉਸਤਤ ਕਰ ਰਹੇ ਨੇ।
ਗਾਵੈ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਿਆਲੇ। ਕਹਿੰਦੇ ਤਿੰਨਾਂ ਲੋਕਾਂ ਦੀਆਂ, ਮਾਤ ਲੋਕ, ਪਾਤਾਲ ਲੋਕ, ਆਕਾਸ਼ ਲੋਕ, ਤਿੰਨਾਂ ਲੋਕਾਂ ਦੀਆਂ ਜਿਹੜੀਆਂ ਸੁੰਦਰ ਇਸਤਰੀਆਂ ਨੇ ਉਹ ਵੀ ਪਰਮਾਤਮਾ ਦੇ ਮਤਲਬ ਸਿਫਤ ਸਲਾਹ ਦੇ ਗੀਤ ਗਾ ਰਹੀਆਂ ਨੇ। ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲੇ। ਕਹਿੰਦੇ ਜਿਹੜੇ ਪਰਮਾਤਮਾ ਦੇ ਸਾਰੇ ਰਤਨ ਨੇ ਉਪਾਏ ਹੋਏ ਉਹ 68 ਤੀਰਥਾਂ ਦੇ ਨਾਲ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦੇ ਨੇ। ਗਾਵੈ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੇ। ਕਹਿੰਦੇ ਹੋਰ ਵੱਡੇ ਵੱਡੇ ਸੂਰਮੇ ਤੇ ਚਾਰੇ ਖਾਣੀਆਂ ਦੇ ਜੀਵ ਜੰਤੂ ਸਾਰੇ ਪਰਮਾਤਮਾ ਦੀ ਉਸਤਤ ਕਰ ਰਹੇ ਨੇ। ਗਾਵੈ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਤਾਰੇ। ਕਹਿੰਦੇ ਸਾਰੇ ਖੰਡ ਮੰਡਲ ਨੇ ਜਿਹੜੇ, ਸਾਰੇ ਭਵਨ ਨੇ, ਸਾਰਿਆਂ ਦੇ ਜੀ ਜੰਤੂ ਜਿਨ੍ਹਾਂ ਨੂੰ ਪਰਮਾਤਮਾ ਨੇ ਬਣਾਇਆ ਵੀ ਆ ਅਤੇ ਸਹਾਰਾ ਵੀ ਦਿੱਤਾ ਹੋਇਆ, ਸਾਰੇ ਹੀ ਪਰਮਾਤਮਾ ਦੇ ਖੁਸ਼ੀ ਦੇ ਵਿੱਚ ਗੀਤ ਗਾ ਰਹੇ ਨੇ। ਸੇਈ ਤੁਧਨੋਂ ਗਾਵੈ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ। ਕਹਿੰਦੇ ਪਰਮਾਤਮਾ ਨੂੰ ਕੌਣ ਗਾਉਂਦਾ? ਜਿਹੜੇ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਰੰਗੇ ਹੋਏ ਨੇ, ਉਹੀ ਗਾਉਂਦਾ ਪਰਮਾਤਮਾ ਨੂੰ, ਅਤੇ ਜਿਹੜੇ ਪਰਮਾਤਮਾ ਨੂੰ ਚੰਗੇ ਲੱਗਦੇ ਨੇ। ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ। ਫਿਰ ਨਾਨਕ ਜੀ ਕਹਿੰਦੇ ਨੇ ਕਿ ਹੋਰ ਵੀ ਬਹੁਤ ਨੇ ਜਿਹੜੇ ਤੇਰੀ ਸਿਫਤ ਸਲਾਹ ਗਾ ਰਹੇ ਨੇ, ਤੇਰੇ ਜਿਹੜੇ ਕੀਰਤੀ ਦੇ ਗੀਤ ਗਾ ਰਹੇ ਨੇ। ਕਹਿੰਦੇ ਪਰ ਨਾਨਕ ਕਿਵੇਂ ਉਹਨਾਂ ਦੀ ਵਿਚਾਰ ਕਰ ਸਕਦਾ? ਨਾਨਕ ਤੋਂ ਸਾਰਿਆਂ ਦੀ ਵਿਚਾਰ ਹੋ ਹੀ ਨਹੀਂ ਸਕਦੀ। ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ। ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ, ਉਹ ਹਮੇਸ਼ਾ ਸੱਚ ਰਹਿਣ ਵਾਲਾ, ਅਤੇ ਉਹਦੀ ਵਡਿਆਈ ਵੀ ਸੱਚੀ ਆ, ਉਹਦਾ ਹੁਕਮ ਵੀ ਸੱਚਾ ਹੈ। ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ। ਕਹਿੰਦੇ ਜਿਹਨੇ ਇਹ ਸ੍ਰਿਸ਼ਟੀ ਦੀ ਰਚਨਾ ਰਚੀ ਆ ਉਹ ਹੈ ਵੀ ਸੀ ਅਤੇ ਅੱਗੇ ਨੂੰ ਵੀ ਹੋਊਗਾ। ਉਹੀ ਸੱਚ ਆ, ਉਹਨੇ ਹੀ ਰਹਿਣਾ। ਬਾਕੀ ਤਾਂ ਸ੍ਰਿਸ਼ਟੀ ਨੇ ਤਾਂ ਨਾਸ਼ ਹੋ ਜਾਣਾ ਇੱਕ ਦਿਨ, ਪਰ ਉਹਨੇ ਜਿਹਨੇ ਸ੍ਰਿਸ਼ਟੀ ਰਚੀ ਆ ਉਹ ਹਮੇਸ਼ਾ ਰਹਿੰਦਾ ਵੀ ਆਇਆ ਅਤੇ ਰਹਿਣਾ ਵੀ ਆ। ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ। ਕਹਿੰਦੇ ਉਸ ਅਕਾਲ ਪੁਰਖ ਨੇ ਬੜੇ ਤਰ੍ਹਾਂ ਦੀਆਂ ਰੰਗਾਂ ਦੀ, ਕਿਸਮਾਂ ਦੀ, ਬਹੁਤ ਤਰ੍ਹਾਂ ਦੀ ਕਹਿੰਦੇ ਉਹਨੇ ਇਹ ਮਾਇਆ ਪਾਈ ਆ। ਮਾਇਆ ਦੇ ਵਿੱਚ ਸਾਰੀ ਜਿਵੇਂ ਸ੍ਰਿਸ਼ਟੀ ਆ ਜਾਂਦੀ ਆ, ਅਤੇ ਫਿਰ ਕਹਿੰਦੇ ਜਿਹੜਾ ਕੁਛ ਵੀ ਉਹਨੇ ਬਣਾਇਆ ਆਪਣੀ ਵਡਿਆਈ ਨੂੰ ਸਾਰੀ ਨੂੰ ਦੇਖ ਰਿਹਾ, ਸੰਭਾਲ ਰਿਹਾ। ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ। ਕਹਿੰਦੇ ਉਹ ਸੱਚਾ ਪਾਤਸ਼ਾਹ ਜਿਸ ਤਰ੍ਹਾਂ ਵੀ ਉਹਨੂੰ ਠੀਕ ਲੱਗਦਾ ਉਸ ਤਰ੍ਹਾਂ ਨਿਯਮ ਦੇ ਅਨੁਸਾਰ ਆਪਣੀ ਸ੍ਰਿਸ਼ਟੀ ਨੂੰ ਚਲਾ ਰਿਹਾ। ਕੋਈ ਉਹਨੂੰ ਹੁਕਮ ਨਹੀਂ ਕਰ ਸਕਦਾ, ਉਹਦੀ ਆਪਣੀ ਮਰਜ਼ੀ ਆ। ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ। ਕਹਿੰਦੇ ਉਹ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਆ, ਅਤੇ ਸਾਡੇ ਲਈ ਕੀ ਗੱਲ ਫੱਬਦੀ ਆ? ਵੀ ਉਹਦੀ ਰਜ਼ਾ ਵਿੱਚ ਰਹੀਏ, ਉਹਦੀ ਰਜ਼ਾ ਦੇ ਵਿੱਚ ਆਪਣੀ ਰਜ਼ਾ ਸ਼ਾਮਲ ਕਰ ਦਈਏ। ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ। ਫਿਰ ਜਿੱਦਾਂ ਜੋਗੀ ਲਈ ਕਹਿੰਦੇ ਨੇ ਕਿ ਜਿਹੜਾ ਸੰਤੋਖ ਆ ਉਹਦੀਆਂ ਮੁੰਦਰਾਂ ਬਣਾ ਲਾ ਅਤੇ ਆਪਣੀ ਮਿਹਨਤ ਬਣਾ ਲਾ, ਉਹਨੂੰ ਝੋਲੀ ਅਤੇ ਖੱਪਰ ਬਣਾ ਲਾ, ਅਤੇ ਜਿਹੜੀ ਵਿਭੂਤੀ ਲਾਉਣਾ, ਸਵਾਹ ਲਾਉਣਾ ਆਪਣੇ ਮਤਲਬ ਸਰੀਰ 'ਤੇ, ਉਹ ਜਿਹੜੇ ਪਰਮਾਤਮਾ ਦਾ ਧਿਆਨ ਆ ਉਹਦੀ ਸਵਾਹ ਲਾ। ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਕਹਿੰਦੇ ਵੀ ਜਿਹੜਾ ਹੈਗਾ ਖਿੰਥਾ ਤੇਰੀ, ਉਹ ਮੌਤ ਦਾ ਜਿਹੜਾ ਡਰ ਆ ਉਹਨੂੰ ਖਿੰਥਾ ਬਣਾ ਲਾ। ਕੁਆਰੀ ਕਾਇਆ ਜੁਗਤ, ਕਹਿੰਦੇ ਆਪਣੇ ਜਿਹੜੇ ਹੈਗਾ ਨਾ ਮਨ ਦੀ ਪਵਿੱਤਰਤਾ ਉਹਦਾ ਯੋਗ ਕਰ ਲਾ, ਅਤੇ ਜਿਹੜਾ ਡੰਡਾ, ਜਿਹੜੀ ਆਪਣੀ ਸ਼ਰਧਾ ਉਹਦਾ ਡੰਡਾ ਬਣਾ ਲਾ। ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ।
ਜਿੱਦਾਂ ਜੋਗੀਆਂ ਦੇ ਕਹਿੰਦੇ ਕੋਈ 12 ਤਰ੍ਹਾਂ ਦੇ ਫਿਰਕੇ ਨੇ, ਉਹਨਾਂ ਵਿੱਚੋਂ ਇੱਕ ਫਿਰਕੇ ਦਾ ਨਾਂ ਹੈਗਾ ਆਈ ਪੰਥੀ, ਜਿਹਨੂੰ ਉਹ ਸਾਰਿਆਂ ਨਾਲੋਂ ਵੱਡਾ ਫਿਰਕਾ ਮੰਨਦੇ ਨੇ। ਉਹਦੇ ਵਿੱਚ ਉਹ ਕਹਿੰਦੇ ਨੇ ਕਿ ਵੀ ਜਿਸ ਤਰ੍ਹਾਂ ਉਹਦੀ ਉਦਾਹਰਨ ਦੇ ਵਾਂਗ ਵੀ ਜਿੱਦਾਂ ਇੱਕ ਫਿਰਕੇ ਦੇ ਜਿਹੜੇ ਸਾਰੇ ਲੋਕ ਨੇ ਵੀ ਆਪਣੇ ਆਪ ਨੂੰ ਪਿਆਰ ਕਰਦੇ ਨੇ ਨਾ, ਕਹਿੰਦੇ ਸਾਰੇ ਜਗਤ ਨੂੰ ਅਸੀਂ ਇੱਦਾਂ ਸਮਝੀਏ ਕਿ ਸਾਰਾ ਜਗਤ ਸਾਡਾ ਮਿੱਤਰ ਹੈਗਾ, ਸਾਡਾ ਕੋਈ ਵੀ ਵੈਰੀ ਨਹੀਂ ਹੈਗਾ। ਅਤੇ ਫਿਰ ਕਹਿੰਦੇ ਵੀ ਜੇ ਅਸੀਂ ਆਪਣਾ ਮਨ ਨੂੰ ਜਿੱਤ ਲੈਣਾ, ਫਿਰ ਅਸੀਂ ਜੱਗ ਨੂੰ ਜਿੱਤ ਲਿਆ। ਅਤੇ ਜਦੋਂ ਸਾਡੇ ਵਿੱਚ ਕੋਈ ਇੱਦਾਂ ਵੈਰ ਭਾਵਨਾ ਨਹੀਂ ਰਹਿਣੀ, ਅਸੀਂ ਸਾਰਿਆਂ ਨੂੰ ਆਪਣੇ ਮਿੱਤਰ ਸਮਝਣਾ ਅਤੇ ਅਸੀਂ ਆਪਣੇ ਮਨ ਨੂੰ ਜਿੱਤ ਲੈਣਾ। ਅਤੇ ਜਦੋਂ ਮਨ ਨੂੰ ਜਿੱਤ ਲਿਆ ਤਾਂ ਅਸੀਂ ਜੱਗ ਨੂੰ ਜਿੱਤ ਲਿਆ, ਸਾਡੇ ਮਨ ਦੇ ਵਿੱਚੋਂ ਤ੍ਰਿਸ਼ਨਾ ਸਾਰੀਆਂ ਖਤਮ ਹੋ ਗਈਆਂ। ਆਦੇਸ ਤਿਸੇ ਆਦੇਸ, ਕਹਿੰਦੇ ਉਸ ਅਕਾਲ ਪੁਰਖ ਨੂੰ ਨਮਸਕਾਰ ਆ, ਹਮੇਸ਼ਾ ਹੀ ਨਮਸਕਾਰ ਆ। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਜੁਗ ਜੁਗ ਏਕੋ ਵੇਸ ਦਾ ਮਤਲਬ ਕਿ ਹਰ ਇੱਕ ਯੁੱਗ ਦੇ ਵਿੱਚ, ਸਾਰੇ ਯੁੱਗਾਂ ਦੇ ਵਿੱਚ ਉਹ ਹਮੇਸ਼ਾ ਇੱਕੋ ਤਰ੍ਹਾਂ ਦਾ ਸੀ। ਆਦ ਉਹ ਸ਼ੁਰੂ ਤੋਂ ਆ, ਅਨੀਲ ਪਵਿੱਤਰ ਹੈਗਾ, ਜਿਹਨੂੰ ਕੋਈ ਦਾਗ ਨਹੀਂ ਹੈਗਾ, ਅਨਾਦ ਜਿਹਦਾ ਕੋਈ ਆਦ ਨਹੀਂ ਹੈਗਾ, ਵੀ ਉਹੀ ਮੁੱਢ ਹੈਗਾ, ਉਹਦਾ ਕੋਈ ਇੱਦਾਂ ਨਹੀਂ ਕਹਿ ਸਕਦੇ ਕਿ ਉਹਦਾ ਆਹ ਮੁੱਢ ਆ, ਉਹੀ ਸ਼ੁਰੂ ਤੋਂ ਆ ਰਿਹਾ। ਅਨਾਹਤ ਜਿਹਦਾ ਨਾਸ਼ ਨਹੀਂ ਹੁੰਦਾ, ਸਾਰੇ ਯੁੱਗਾਂ ਦੇ ਵਿੱਚ ਉਹ ਪਰਮਾਤਮਾ ਰਹਿਣ ਵਾਲਾ, ਉਹ ਸੱਚਾ, ਉਹ ਸਭ ਦਾ ਮੁੱਢ ਆ। ਉਹ ਤੋਂ ਪਹਿਲਾਂ ਕੌਣ ਸੀ ਇਹ ਨਹੀਂ ਕਿਹਾ ਜਾ ਸਕਦਾ, ਉਹੀ ਸਭ ਤੋਂ ਪਹਿਲਾਂ ਦਾ, ਉਹ ਹਮੇਸ਼ਾ ਰਹਿਣ ਵਾਲਾ, ਉਹਦਾ ਵਿਨਾਸ਼ ਨਹੀਂ ਹੋਣਾ, ਸਾਰੇ ਯੁੱਗਾਂ ਵਿੱਚ ਇੱਕੋ ਤਰ੍ਹਾਂ ਦਾ, ਇੱਕੋ ਤਰ੍ਹਾਂ ਵਰਤ ਰਿਹਾ। ਭੁਗਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੈ ਨਾਦ। ਇਹ ਜਿੱਦਾਂ ਜੋਗੀਆਂ ਦੇ ਫਿਰਕਿਆਂ ਦੀ ਗੱਲ ਕਰਦੇ ਨੇ ਕਿ ਜਦੋਂ ਜੋਗੀ ਸੀਗੇ ਤਾਂ ਉਹ ਕੋਈ ਚੂਰਮਾ ਵਗੈਰਾ ਬਣਾਉਂਦੇ ਸੀਗੇ, ਫਿਰ ਕੋਈ ਜਿੱਦਾਂ ਉਹ ਚੂਰਮਾ ਖਾਣ ਵੇਲੇ ਕੋਈ ਇੱਕ ਤਰ੍ਹਾਂ ਦਾ ਨਾਦ ਦੀ ਆਵਾਜ਼ ਕਰਦੇ ਸੀ, ਉਸ ਹਿਸਾਬ ਨਾਲ ਦੱਸ ਰਹੇ ਨੇ ਕਿ ਵੀ ਉਹ ਤਾਂ ਇੱਦਾਂ ਕਰਦੇ ਸੀ, ਪਰ ਸਾਡੇ ਲਈ ਕੀ ਆ, ਭੁਗਤ ਗਿਆਨ, ਕਹਿੰਦੇ ਸਾਡੇ ਲਈ ਗਿਆਨ ਦਾ ਚੂਰਮਾ ਜੋ ਗੁਰੂ ਨੇ ਦਿੱਤਾ। ਅਤੇ ਫਿਰ ਜਿਹੜਾ ਹੈਗਾ ਉਸ ਗਿਆਨ ਨੂੰ ਦਿਆ ਦੇ ਘਰ ਵਿੱਚ ਆ ਕੇ ਵੰਡਣਾ ਸਾਰਿਆਂ ਦੇ ਨਾਲ, ਦਿਆ ਭੰਡਾਰਣਾ। ਘਟ ਘਟ ਵਾਜੇ ਨਾਦ, ਕਹਿੰਦੇ ਸਾਡੇ ਜਿਹੜਾ ਉਹ ਨਾਦ ਵੱਜਣ ਦੀ ਬਜਾਏ ਜਿਹੜਾ ਆਪ ਜੋਗੀ ਵਜਾਉਂਦੇ ਸੀ, ਸਾਡੇ ਕਹਿੰਦੇ ਮਨਾਂ ਦੇ ਵਿੱਚ, ਦਿਲਾਂ ਦੇ ਵਿੱਚ ਉਹ ਪਰਮਾਤਮਾ ਦਾ ਨਾਦ ਹਮੇਸ਼ਾ ਹੀ ਵੱਜ ਰਿਹਾ। ਅਸੀਂ ਉਸ ਨਾਦ ਨੂੰ ਮੰਨਦੇ ਹਾਂ ਜੋ ਪਰਮਾਤਮਾ ਦਾ ਨਾਦ ਨਿਰੰਤਰ ਸਾਰਿਆਂ ਦੇ ਅੰਦਰ ਚੱਲ ਰਿਹਾ। ਆਪ ਨਾਥ ਨਾਥੀ ਸਭ ਜਾਕੀ ਰਿੱਧ ਸਿੱਧ ਅਵਰਾ ਸਾਧ, ਕਹਿੰਦੇ ਸਾਡਾ ਜਿਹੜਾ ਨਾਥ ਆ ਉਹ ਪਰਮਾਤਮਾ, ਉਹਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਵੱਸ ਵਿੱਚ ਕੀਤਾ ਹੋਇਆ। ਕਹਿੰਦੇ ਜਿੱਦਾਂ ਜਦੋਂ ਕੋਈ ਪਰਮਾਤਮਾ ਦੀ ਭਗਤੀ ਕਰਦਾ ਤਾਂ ਰਿੱਧੀਆਂ ਸਿੱਧੀਆਂ ਉਹਦੇ ਕੋਲ ਸਹਿਜ ਵਿੱਚ ਹੀ ਆ ਜਾਂਦੀਆਂ ਨੇ, ਉਹਨੂੰ ਰਿੱਧੀਆਂ ਸਿੱਧੀਆਂ ਦੇ ਪਿੱਛੇ ਭੱਜਣਾ ਨਹੀਂ ਪੈਂਦਾ, ਉਹਦੇ ਕੋਲ ਆ ਜਾਂਦੀਆਂ ਨੇ। ਪਰ ਉਹ ਰਿੱਧੀਆਂ ਸਿੱਧੀਆਂ ਦੇ ਪਿੱਛੇ ਨਹੀਂ ਭੱਜਦਾ, ਕਿਉਂ? ਰਿੱਧ ਸਿੱਧ ਅਵਰਾ ਸਾਧ, ਜਿਹੜੀਆਂ ਰਿੱਧੀਆਂ ਸਿੱਧੀਆਂ ਹੁੰਦੀਆਂ ਨੇ ਇਹ ਹੋਰ ਮਨੋਰਥ ਲਈ ਹੁੰਦੀਆਂ ਨੇ, ਬਸ ਉਹ ਪਰਮਾਤਮਾ ਦੀ ਭਗਤੀ ਦੇ ਵਿੱਚ ਖੁਸ਼ ਹੁੰਦਾ ਅਤੇ ਪਰਮਾਤਮਾ ਨੂੰ ਪਾਉਣਾ ਚਾਹੁੰਦਾ, ਉਹਨੂੰ ਰਿੱਧੀਆਂ ਸਿੱਧੀਆਂ ਨਾਲ ਕੁਛ ਮਤਲਬ ਨਹੀਂ ਹੁੰਦਾ। ਸੰਜੋਗ ਵਿਜੋਗ ਦੋਏ ਕਾਰ ਚਲਾਵੈ ਲੇਖੇ ਆਵੈ ਪਾਗ, ਕਹਿੰਦੇ ਪਰਮਾਤਮਾ ਨੇ ਜਿਹੜੀ ਦੁਨੀਆ ਦੀ ਇਹ ਕਾਰ ਚਲਾਈ ਹੋਈ ਆ, ਸੰਜੋਗ ਅਤੇ ਵਿਜੋਗ 'ਤੇ ਆ। ਸੰਜੋਗ ਕੇ ਜੀਵ ਜਨਮ ਲੈਂਦੇ ਨੇ, ਵਿਜੋਗ ਕੇ ਜੀਵ ਚਲੇ ਜਾਂਦੇ ਨੇ। ਫਿਰ ਇਹ ਸਾਰੇ ਪਰਮਾਤਮਾ ਦੀ ਲਿਖੇ ਹੋਏ ਲੇਖ ਦੇ ਹਿਸਾਬ ਨਾਲ ਆਉਂਦੇ ਤੇ ਜਾਂਦੇ ਨੇ। ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ, ਕਹਿੰਦੇ ਇੱਕ ਪਰਮਾਤਮਾ ਅਤੇ ਇੱਕ ਮਾਇਆ, ਇਹਦੇ ਮੇਲ ਦੇ ਨਾਲ ਜਦੋਂ ਮਾਈ ਹੈਗੀ ਹੈ ਏਕੇ ਦੇ ਨਾਲ ਵਿਆਹੀ ਗਈ ਤਾਂ ਉਹਨਾਂ ਵਿੱਚੋਂ 3 ਚੇਲੇ ਦਾ ਜਨਮ ਹੋਇਆ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਜਿੱਦਾਂ ਬ੍ਰਹਮਾ ਵਿਸ਼ਨੂੰ ਮਹੇਸ਼ ਸ਼ਿਵ, ਬ੍ਰਹਮਾ ਉਤਪਤੀ ਕਰਦਾ ਅਤੇ ਵਿਸ਼ਨੂੰ ਸੰਭਾਲਦੇ ਆ ਜਿੱਦਾਂ ਸ੍ਰਿਸ਼ਟੀ ਨੂੰ, ਅਤੇ ਸ਼ਿਵ ਦੇ ਨਾਲ ਮਤਲਬ ਸੰਘਾਰ ਹੁੰਦਾ ਸ੍ਰਿਸ਼ਟੀ ਦਾ। ਮਤਲਬ ਇਹ 3 ਜਦੋਂ ਮਾਇਆ ਸੀਗੀ ਉਹ ਇੱਕ ਦੇ ਨਾਲ ਵਿਆਹੀ ਗਈ ਤਾਂ ਮਤਲਬ ਇਹ ਤਿੰਨਾਂ ਦਾ ਜਨਮ ਹੋਇਆ। ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ,
ਕਹਿੰਦੇ ਪਰ ਜਿਹੜੇ ਤਿੰਨੇ ਨੇ ਇਹ ਪਰਮਾਤਮਾ ਦੇ ਹੁਕਮ ਵਿੱਚ ਚੱਲ ਰਹੇ ਨੇ। ਜਿਵੇਂ ਜਿਵੇਂ ਪਰਮਾਤਮਾ ਤੋਂ ਹੁਕਮ ਹੁੰਦਾ ਉਸ ਹਿਸਾਬ ਨਾਲ ਇਹ ਕਾਰ ਕਰਦੇ ਨੇ। ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹ ਵੀਡਾਣ। ਕਹਿੰਦੇ ਇਹ ਬੜੀ ਅਚਰਜਤਾ ਦੀ ਗੱਲ ਆ ਕਿ ਜਿਹੜੇ ਉਹ ਤਿੰਨ ਨੇ, ਸੰਸਾਰੀ, ਭੰਡਾਰੀ ਤੇ ਲਾਏ ਦੀਵਾਨ ਵਾਲਾ, ਤੇ ਉਹ ਕਹਿੰਦੇ ਪਰਮਾਤਮਾ ਨੂੰ ਨਹੀਂ ਦੇਖ ਸਕਦੇ, ਪਰ ਪਰਮਾਤਮਾ ਉਹਨਾਂ ਨੂੰ ਦੇਖ ਸਕਦੇ ਨੇ, ਕਿਉਂਕਿ ਉਹ ਪਰਮਾਤਮਾ ਦੇ ਹੀ ਕੀਤੇ ਹੋਏ ਨੇ। ਆਦੇਸ ਤਿਸੇ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਆਸਨ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਆਸਨ ਲੋਏ ਲੋਏ ਭੰਡਾਰ। ਕਹਿੰਦੇ ਜਿਹੜੇ ਪਰਮਾਤਮਾ ਦੇ ਭੰਡਾਰੇ ਨੇ, ਸਾਰੇ ਲੋਕਾਂ ਦੇ ਵਿੱਚ ਪਰਮਾਤਮਾ ਨੇ ਆਸਨ ਵੀ ਲਾਇਆ ਤੇ ਪਰਮਾਤਮਾ ਦੇ ਭੰਡਾਰੇ ਵੀ ਨੇ। ਆਸਨ ਲੋਏ ਲੋਏ ਭੰਡਾਰ, ਤੇ ਜੋ ਕੁਛ ਵੀ ਪਰਮਾਤਮਾ ਨੇ ਉਹਨਾਂ ਭੰਡਾਰਿਆਂ ਵਿੱਚ ਪਾ ਦਿੱਤਾ, ਜੋ ਕੁਛ ਪਾਇਆ ਸੋ ਏਕਾ ਵਾਰ, ਇੱਕ ਵਾਰੀ ਸਾਰੇ ਭੰਡਾਰੇ ਭਰ ਦਿੱਤੇ ਨੇ, ਉਹਨਾਂ ਵਿੱਚ ਕੋਈ ਤੋਟ ਨਹੀਂ ਆਉਂਦੀ। ਜੋ ਕੁਛ ਪਰਮਾਤਮਾ ਨੇ ਬਣਾਇਆ ਉੱਥੇ ਸਾਰੇ ਭੰਡਾਰੇ ਭਰ ਦਿੱਤੇ ਨੇ, ਇੱਕ ਵਾਰ 'ਚ ਭਰ ਦਿੱਤੇ ਨੇ, ਉਹਨਾਂ ਵਿੱਚ ਕਿਸੇ ਵੀ ਚੀਜ਼ ਦੀ ਕੋਈ ਤੋਟ ਨਹੀਂ ਆਉਂਦੀ। ਕਰ ਕਰ ਵੇਖੇ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਫਿਰ ਜੋ ਪਰਮਾਤਮਾ ਨੇ ਉਹ ਆਪਣੀ ਸ੍ਰਿਸ਼ਟੀ ਨੂੰ ਰਚਨਾ ਕਰਕੇ ਉਹਦੀ ਸੰਭਾਲ ਵੀ ਕਰ ਰਹੇ ਨੇ, ਤੇ ਜਿਹੜੀ ਪਰਮਾਤਮਾ ਦੀ ਹੈਗੀ ਹੈ ਇਹ ਨਿਯਮ ਹੈਗਾ ਆਪਣੀ ਸ੍ਰਿਸ਼ਟੀ ਨੂੰ ਸੰਭਾਲਣ ਦਾ, ਇੱਕ ਸੱਚੀ ਕਾਰ ਆ ਪਰਮਾਤਮਾ ਦੀ, ਜੋ ਹਮੇਸ਼ਾ ਹੀ ਚੱਲ ਰਹੀ ਹੈ ਤੇ ਹਮੇਸ਼ਾ ਹੀ ਚੱਲਦੀ ਰਹਿਣੀ ਆ। ਜਿੱਥੇ ਆਪਾਂ ਨੇ ਅੱਜ ਵਾਲੀ ਵਿਚਾਰ ਵਿੱਚ ਇਹ ਵਿਚਾਰ ਕੀਤੀ ਹੈ ਸੰਗਤ ਜੀ, ਕਿ ਜਦੋਂ ਪਰਮਾਤਮਾ ਆਪਣੇ ਗੁਣਾਂ ਦਾ ਕਿਸੇ ਦੇ ਵਿੱਚ ਵਿਸਥਾਰ ਕਰਦੇ ਨੇ ਤਾਂ ਫਿਰ ਉਹ ਭਗਤੀ ਕਰਨ ਦੇ ਲਈ ਸਮਰੱਥ ਹੋ ਜਾਂਦੇ ਨੇ। ਤੇ ਇੱਕ ਜਗ੍ਹਾ 'ਤੇ ਮੈਂ ਇੱਕ ਛੋਟੀ ਜਿਹੀ ਸਾਖੀ ਆਪ ਦੇ ਨਾਲ ਸਾਂਝੀ ਕਰਦੀ ਹਾਂ ਕਿ ਜਿੱਦਾਂ ਪਰਮਾਤਮਾ ਦਾ ਨਾਮ ਆ, ਇਹ ਇੱਕ ਬਹੁਤ ਵੱਡਾ ਕੀਮਤੀ ਹੀਰਾ, ਬਹੁਤ ਵੱਡਾ ਰਤਨ ਹੈਗਾ ਨਾ, ਤੇ ਇਹਦੀ ਪਹਿਚਾਣ ਜਿਵੇਂ ਹੁੰਦਾ ਨਾ ਕਿ ਆਮ ਹੀਰੇ ਦੀ ਪਹਿਚਾਣ ਕੋਈ ਜੌਹਰੀ ਕਰ ਸਕਦਾ, ਇਸ ਤਰ੍ਹਾਂ ਇਹਦੀ ਪਹਿਚਾਣ ਵੀ ਕੋਈ ਵੱਡਾ ਪਾਰਖੂ ਜੋ ਪਰਮਾਤਮਾ ਨੇ ਪਰਖ ਵਾਲਾ ਬਣਾਇਆ ਉਹ ਕਰ ਸਕਦਾ, ਉਹਨੂੰ ਫਿਰ ਇਹਦੀ ਗੱਲ ਕਰਨ ਦਾ ਆਨੰਦ ਆਉਂਦਾ। ਇੱਕ ਵਾਰ ਕਹਿੰਦੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਸ਼ਹਿਰ ਦੇ ਵਿੱਚ ਭਾਈ ਮਰਦਾਨੇ ਨੂੰ ਭੇਜਿਆ ਸੀ ਕਿ ਇਹ ਰਤਨ ਲੈ ਜਾ ਤੇ ਇਹਦਾ ਮੁੱਲ ਕਰਵਾ ਕੇ ਲੈ ਕੇ ਆ, ਵੀ ਇਹਦਾ ਕੀ ਮੁੱਲ ਆ, ਪਰ ਵੇਚਣਾ ਨਹੀਂ, ਸਿਰਫ ਮੁੱਲ ਪਤਾ ਕਰਕੇ ਆਉਣਾ। ਤੇ ਉਹ ਭਾਈ ਮਰਦਾਨਾ ਜੀ ਅਲੱਗ-ਅਲੱਗ ਜਗ੍ਹਾ 'ਤੇ ਗਏ ਹੈ ਨਾ, ਕਰਿਆਨੇ ਵਾਲੇ ਕੋਲ ਗਏ, ਕੱਪੜੇ ਵਾਲੇ ਕੋਲ ਗਏ, ਅਲੱਗ-ਅਲੱਗ ਜਗ੍ਹਾ 'ਤੇ ਗਏ, ਤਾਂ ਸਾਰਿਆਂ ਨੇ ਆਪਣੀ ਜਿੰਨੀ ਉਹਨਾਂ ਦੀ ਮਤਲਬ ਸਮਝ ਸੀ ਉਹਦੇ ਹਿਸਾਬ ਨਾਲ ਉਸ ਜਵਾਹਰ ਜਿਹੜਾ ਲਾਲ ਸੀਗਾ ਉਹਦੀ ਕੀਮਤ ਉਹਨਾਂ ਨੇ ਦੱਸੀ। ਪਰ ਮਰਦਾਨਾ ਜੀ ਨੂੰ ਇਹ ਕਿਹਾ ਸੀ ਨਾ ਕਿ ਮਤਲਬ ਤੁਸੀਂ ਵੇਚਣਾ ਨਹੀਂ, ਸਿਰਫ ਕੀਮਤ ਪਤਾ ਕਰਕੇ ਆਉਣੀ ਹੈ ਵੀ ਕੌਣ ਉਹਦਾ ਕੀ ਮੁੱਲ ਪਾ ਰਿਹਾ। ਤੇ ਸਭ ਤੋਂ ਬਾਅਦ ਵਿੱਚ ਉਹ ਗਏ ਸਾਲਸਰਾਏ ਦੀ ਦੁਕਾਨ 'ਤੇ, ਜਿਹੜਾ ਇੱਕ ਹੀਰਿਆਂ ਦਾ ਜੌਹਰੀ ਸੀਗਾ, ਉਹਨੂੰ ਪਹਿਚਾਣ ਸੀ, ਤਾਂ ਉਹਨੇ ਦੇਖਦਿਆਂ ਸਾਰ ਮੱਥਾ ਟੇਕ ਕੇ ਕਿਹਾ ਕਿ ਮੈਂ 100 ਰੁਪਏ ਭੇਟਾ ਵਜੋਂ ਦੇ ਰਿਹਾ, ਪਰ ਇਹਦੀ ਕੀਮਤ ਨਹੀਂ ਹੈਗੀ। ਤਾਂ ਫਿਰ ਇਹ ਸਾਰਾ ਕੁਝ ਆ ਕੇ ਗੁਰੂ ਨਾਨਕ ਪਾਤਸ਼ਾਹ ਜੀ ਕੋਲ ਦੱਸਦੇ ਨੇ ਕਿ ਵੀ ਇੱਦਾਂ ਇੱਦਾਂ ਹੋਇਆ। ਪਰ ਸਾਲਸਰਾਏ ਤਾਂ ਫਿਰ ਨਾਲ ਹੀ ਆ ਗਿਆ ਨਾ ਕਿ ਜਿੱਥੋਂ ਇਹ ਲਾਲ ਆਇਆ ਹੈਗਾ ਮੈਨੂੰ ਉੱਥੇ ਨਾਲ ਲੈ ਕੇ ਚੱਲ, ਹੈ ਨਾ। ਤੇ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਮਝਾਇਆ ਕਿ ਵੀ ਮਰਦਾਨੇ ਨੂੰ, ਉਹਨੇ ਪੁੱਛਿਆ ਨਾ ਵੀ ਇਹ ਇੱਦਾਂ ਕਿਵੇਂ ਹੋਏ, ਫਿਰ ਉਹਨਾਂ ਨੇ ਦੱਸਿਆ ਵੀ ਜਿਹੜਾ ਪਾਰਖੂ ਆ ਨਾ ਅਸਲੀ, ਫਿਰ ਉਹ ਉਹਦੀ ਕੀਮਤ ਪਾਉਂਦਾ। ਇਸ ਤਰ੍ਹਾਂ ਹੀ ਜਿਹੜਾ ਪਰਮਾਤਮਾ ਦਾ ਨਾਮ ਆ ਨਾ, ਇਹਦੀ ਕੀਮਤ ਵੀ ਉਹੀ ਪਾਉਂਦਾ ਜਿਹਦੇ ਮਨ ਦੇ ਵਿੱਚ ਪਰਮਾਤਮਾ ਲਈ ਸੱਚਾ ਪਿਆਰ ਹੋਇਆ, ਜੋ ਉਸ ਨਾਮ ਰਤਨ ਦਾ ਵਪਾਰ ਕਰਨਾ ਚਾਹੁੰਦਾ ਹੈ ਨਾ। ਤੇ ਇਸ ਕਰਕੇ ਆਪਾਂ ਹਮੇਸ਼ਾ ਵਿਚਾਰ ਕਰਦੇ ਹਾਂ ਕਿ ਆਪਾਂ ਗੁਰਬਾਣੀ ਦੀ ਵਿਚਾਰ ਕਰੀਏ, ਆਪਾਂ ਸੱਚੇ ਪਾਤਸ਼ਾਹ ਗੁਰੂ ਸਾਹਿਬਾਨ ਜੋ ਸਾਡੇ ਲਈ ਖਜ਼ਾਨਾ ਅਮੁੱਲ ਗੁਰੂ ਗ੍ਰੰਥ ਸਾਹਿਬ ਜੀ ਦੇ ਕੇ ਗਏ ਨੇ, ਉਹਦੀ ਬਾਣੀ ਨੂੰ ਸਮਝੀਏ, ਵਿਚਾਰੀਏ,
ਤਾਂ ਅਸੀਂ ਉਹਦਾ ਨਾਮ ਲਈਏ। ਉਹਦੇ ਨਾਮ ਤੋਂ ਉੱਪਰ ਕੁਝ ਵੀ ਨਹੀਂ ਹੈਗਾ। ਨਾਮ ਹੀ ਸਾਡੇ ਨਾਲ ਜਾਣਾ। ਉਹਦੇ ਨਾਮ ਨੂੰ ਮਨ 'ਚ ਵਸਾਈਏ। ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਜੀ ਆਪ ਦਾ ਨਾਮ ਦਾਨ ਸਾਡੀ ਝੋਲੀ ਵਿੱਚ ਪਾਓ ਜੀ। ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ। ਵਿਚਾਰਾਂ ਕਰਦੀ ਤੋਂ ਹੋਈਆਂ ਬਹੁਤ ਬੇਅੰਤ ਗਲਤੀਆਂ ਭੁੱਲਾਂ ਚੁੱਕਾਂ ਮਾਫ਼ ਕਰਨੀਆਂ। ਸੱਚੇ ਪਾਤਸ਼ਾਹ ਜੀ ਆਪ ਦਾ ਲੱਖ ਲੱਖ ਸ਼ੁਕਰ ਆ ਜੋ ਸੰਗਤਾਂ ਨਾਲ ਗੁਰਬਾਣੀ ਵਿਚਾਰ ਦੀ ਸਾਂਝ ਪਵਾ ਰਹੇ ਹੋ। ਸਿਰ 'ਤੇ ਮੇਰਾ ਭਰਿਆ ਹੱਥ ਰੱਖ ਕੇ ਭੁੱਲਾਂ ਚੁੱਕਾਂ ਦੀ ਮਾਫ਼ੀ ਦਿਓ ਸੱਚੇ ਪਾਤਸ਼ਾਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।